ਕਹਿੰਦਾ ਕੰਡਿਆਂ ਦੇ ਰੋਡ ਜਿੰਨਾ ਉੱਤੇ ਜਾਵਾਂ ਤੁਰਿਆ ਮੈਂ, ਰੱਬੀ ਇਖਲਾਕ ਜਿਹਦੇ ਨਾਲ ਜਾ ਕੇ ਜੁੜਿਆ ਮੈਂ, ਪਤਾ ਨਹੀਂ ਕਦੋਂ ਤੇਰੀ ਕੋਖ ਸੁੰਨੀ ਕਰ ਜਾਂ, ਲੜਦਾ ਹਕੂਮਤ ਦੇ ਨਾਲ ਕਦੋਂ ਮਰ ਜਾ। ਇਟਸ ਅਬਾਊਟ ਜੈਨੋਸਾਈਡ, ਨਸਲ ਕੁਸ਼ੀ। ਦੁਨੀਆ ਦੀਆਂ ਬਹੁਤ ਮਾਈਨੋਰਿਟੀਜ਼ ਇਸ ਦੌਰ ਚੋਂ ਨਿਕਲੀਆਂ ਤੇ ਨਿਕਲ ਰਹੀਆਂ। ਜੋ ਸਾਨੂੰ ਇੱਕ ਸਿਨੈਰੀਓ ਪੇਸ਼ ਕੀਤਾ ਜਾਂਦਾ ਹੈ ਕਿ ਪੰਜਾਬ ਦੇ ਵਿੱਚ ਨਸ਼ਾ ਹੈ, ਬਿਲਕੁਲ ਨਸ਼ਾ ਹੈ, ਬਟ ਉਹਨੂੰ ਅਗਰ 2% ਆ ਤਾਂ ਉਹਨੂੰ ਮੇਰੇ ਹਿਸਾਬ ਨਾਲ 100% ਬਣਾ ਕੇ ਦੱਸਿਆ ਜਾਂਦਾ ਕਿ ਅਸੀਂ ਅੱਜ ਦੇ ਟਾਈਮ ਤੇ ਕਿਹੜੀ ਗੁਲਾਮੀ 'ਚ ਗ੍ਰਸਤ ਹਾਂ। ਇੱਦਾਂ ਦੀਆਂ ਗੱਲਾਂ ਲਿਖਣੀਆਂ ਤੇ ਉਹਨਾਂ ਨੂੰ ਪ੍ਰੈਜ਼ੈਂਟ ਕਰਨਾ ਮੈਨੂੰ ਲੱਗਦਾ ਕਿ ਆਪਣੇ ਆਪ ਦੇ ਵਿੱਚ ਚੁਣੌਤੀ ਹੈ। ਕੌਮਾਂ ਆਪਣੀ ਨਸਲ ਨੂੰ ਬਚਾਉਣ ਲਈ ਲੜਦੀਆਂ ਤੇ ਮਰਦੀਆਂ, ਸ਼ਾਂਤਮਈ ਜਾਂ ਹਥਿਆਰਬੰਦ। ਇੱਕ ਆਰਟਿਸਟ ਲਈ ਅਗਰ ਉਹਦੀ ਕਲਮ ਆਜ਼ਾਦ ਨਹੀਂ ਹੈ ਤਾਂ ਮੈਨੂੰ ਲੱਗਦਾ ਫਿਰ ਉਹ ਆਰਟਿਸਟ ਨਹੀਂ। ਕੀ ਸਿੱਧੂ ਮੂਸੇਵਾਲਾ ਵੀ ਪ੍ਰਭਾਵਿਤ ਕਰਦੇ ਨੇ? ਅਸੀਂ ਪੰਜਾਬ ਦੇ ਇਤਿਹਾਸ ਤੋਂ ਪ੍ਰਭਾਵਿਤ ਹੋ ਰਹੇ ਹਾਂ। ਅਗਰ ਅੱਜ ਦੀ ਪੀੜ੍ਹੀ ਅਗਰ ਆਰਟਿਸਟ ਮਹਿਕਮਾ ਉਹਦੇ ਤੇ ਨਹੀਂ ਲਿਖੂਗਾ ਤੇ ਫਿਰ ਕੌਣ ਲਿਖੂਗਾ? ਚੜ੍ਹਦੀ ਕਲਾ 'ਚ ਰਹਿਣਾ ਸਿਖਾਇਆ ਨਹੀਂ ਜਾਂਦਾ, ਇਹ ਸਾਡੇ ਖੂਨ 'ਚ ਹੈ। ਅਸੀਂ ਸਹੀ ਤਰੀਕੇ ਨਾਲ ਆਪਦਾ ਕੰਮਕਾਰ ਕਰਦੇ ਹਾਂ, ਫੈਮਿਲੀ ਸੰਭਾਲਦੇ ਹਾਂ, ਬਟ ਸਾਡਾ ਅਗਰ ਅਸੀਂ ਸੰਤਾਂ ਦੇ ਨਾਲ ਸਿਪਾਹੀ ਵੀ ਹਾਂ। ਮੋਟੀਵੇਟ ਕਰਨ ਦੀ ਕੋਸ਼ਿਸ਼ ਹੈ ਕਿ ਆਪਣਾ ਤੁਸੀਂ ਜਿਹੜਾ ਪਿਛੋਕੜ ਵੀ ਦੇਖੋ, ਆਪਣੇ ਪਿਛੋਕੜ ਤੁਸੀਂ ਕਿੱਥੋਂ ਆਏ। ਬਿਲਕੁਲ, ਉਹਨਾਂ ਯੋਧਿਆਂ ਨੂੰ, ਉਹਨਾਂ ਅਣਖੀ ਸੂਰਮਿਆਂ ਨੂੰ ਕੌਮਾਂ ਉਹਨਾਂ ਨੂੰ ਯਾਦ ਰੱਖਦੀਆਂ ਤੇ ਯਾਦ ਰੱਖਣਗੀਆਂ। ਇਹ ਗੱਲਾਂ ਜ਼ਿਆਦਾ ਹੁੰਦੀਆਂ ਕਿ ਕੁੜੀ ਨੇ ਕਿਹੜੇ ਕੱਪੜੇ ਪਾਏ ਆ, ਮੁੰਡੇ ਤੋਂ ਕਿਹੜੀ ਗੱਡੀ ਹੈ, ਇਹਨਾਂ ਚੀਜ਼ਾਂ ਦਾ ਜ਼ਿਆਦਾ ਜ਼ਿਕਰ ਹੁੰਦਾ। ਘਰੇ ਅੱਗ ਲੱਗੀ ਹੋਵੇ ਉਦੋਂ ਇਸ਼ਕ ਮੁਹੱਬਤਾਂ ਦੀ ਗੱਲ ਨਹੀਂ ਹੋ ਸਕਦੀ। ਇਹ ਤਾਂ ਸਿੱਧਾ ਇਹਦੇ ਵਿੱਚ ਰੂਸ ਮੰਨ ਲਈਏ, ਸਰਕਾਰ ਦੇ ਪ੍ਰਤੀ ਰੂਸ ਹੈਗਾ ਕਿ ਕਿਸ ਤਰੀਕੇ ਨਾਲ ਸਰਕਾਰਾਂ ਮਜਬੂਰ ਕਰ ਰਹੀਆਂ। ਨਾਰਮਲੀ ਅਗਰ ਇਹ ਡੈਮੋਕ੍ਰੇਸੀ ਦੀ ਗੱਲ ਕਰੇ ਤਾਂ ਸਿੱਧੇ ਸਵਾਲ ਪੁੱਛ ਸਕਦੇ ਆ, ਤਾਂ ਇੱਕ ਆਰਟਿਸਟ ਵੀ ਮਿਊਜ਼ਿਕ ਨਾਲ ਪੁੱਛ ਸਕਦਾ। ਰੋਜ਼ ਇੱਥੇ ਲਾਠੀਆਂ ਪੈ ਰਹੀਆਂ ਨੇ, ਬੇਰੁਜ਼ਗਾਰੀ ਵੱਧਦੀ ਜਾ ਰਹੀ ਹੈ, ਮਹਿੰਗਾਈ ਵੱਧਦੀ ਜਾ ਰਹੀ ਹੈ, ਨਿਰਾਸ਼ ਹੋ ਸਿਸਟਮ। ਨਿਰਾਸ਼ ਤਾਂ ਹੋਣੀ ਲਾਜ਼ਮੀ ਹੈ, ਨਿਰਾਸ਼ ਤਾਂ ਲਾਜ਼ਮੀ ਹੈ। ਜਿਹੜੀ ਮਿਨੋਰਿਟੀ 'ਚ ਕੁਝ ਕਰ ਗੁਜ਼ਰਨ ਦਾ ਜਜ਼ਬਾ ਹੈ ਉਹਨੂੰ ਜ਼ਿਆਦਾ ਦੱਬਿਆ ਜਾਂਦਾ। ਦੇਖ ਕੇ ਗੁਲਾਮੀ ਖੂਨ ਖੌਲਦਾ ਹੈ ਮੇਰਾ, ਤਾਂ ਹੀ ਆ ਗਿਆ ਮੈਦਾਨ ਵਿੱਚ ਸ਼ੇਰ ਬੱਚਾ ਤੇਰਾ। ਕੌਮ ਦੀ ਲੜਾਈ ਕਰ ਤਕੜਾ ਤੂੰ ਜੇਰਾ, ਮੈਨੂੰ ਖਤਰੇ 'ਚ ਲੱਗਦਾ ਵਜੂਦ ਸੱਚੀ ਮੇਰਾ। ਸੈਲੂਟ ਟੂ ਆਲ ਫਾਈਟਰ ਇਮੋਰਟਲਸ। ਟੀਵੀ ਪੰਜਾਬ ਦੇਖ ਰਹੇ ਹੋ ਤੁਸੀਂ। ਇਸ ਵਕਤ ਤੁਹਾਡੇ ਨਾਲ ਤੁਹਾਡਾ ਆਪਣਾ ਦੋਸਤ ਹਰਦੀਪ ਸਿੰਘ ਭੋਗਲ। ਦੋਸਤੋ, ਪੰਜਾਬ ਦੀ ਨੌਜਵਾਨੀ ਕਿਹੜੇ ਰਾਹ ਜਾ ਰਹੀ ਹੈ, ਇਸ ਵਕਤ ਬਹੁਤ ਵੱਡੇ ਸਵਾਲ ਨੇ। ਵੱਡੇ ਪੱਧਰ ਤੇ ਇਹ ਗੱਲ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਪੰਜਾਬ ਦਾ ਨੌਜਵਾਨ ਨਸ਼ਿਆਂ ਦੇ ਰਾਹ ਪੈ ਗਿਆ ਜਾਂ ਫਿਰ ਨਿਰਾਸ਼ ਹੋ ਕੇ ਵਿਦੇਸ਼ਾਂ ਦਾ ਰੁਖ ਕਰ ਚੁੱਕਾ ਹੈਗਾ। ਇੱਕ ਬੜੀ ਅਹਿਮ ਚੀਜ਼ ਹੈ ਕਿ ਕਲਮਾਂ ਜਿਹੜੀਆਂ ਹੁੰਦੀਆਂ ਨੇ, ਕਲਮ ਦੇ ਜ਼ਰੀਏ ਕਲਮ ਇੱਕ ਵੱਡਾ ਹਥਿਆਰ ਬਣਦੀ ਹੈ ਜਦੋਂ ਕਿਸੇ ਨੂੰ ਸੇਧ ਦੇਣੀ ਹੋਵੇ। ਕਲਮਾਂ ਦੇ ਜ਼ਰੀਏ ਬਹੁਤ ਸਾਰੀਆਂ ਚੀਜ਼ਾਂ ਇੱਦਾਂ ਦੀਆਂ ਕੀਤੀਆਂ ਜਾ ਸਕਦੀਆਂ ਨੇ ਜਿਹੜੀਆਂ ਲੋਕਾਂ ਨੂੰ ਰਾਹ ਦਿਖਾਉਂਦੀਆਂ ਨੇ, ਤੇ ਨਾਲ ਦੇ ਨਾਲ ਇਹ ਵੀ ਹੁੰਦਾ ਕਿ ਬੜੇ ਅਹਿਮ ਮੌਕੇ ਤੇ ਕੰਮ ਵੀ ਆਉਂਦੀਆਂ ਨੇ। ਕਲਮ ਦੇ ਨਾਲ ਕੀ ਕੁਝ ਕੀਤਾ ਜਾ ਸਕਦਾ। ਸਾਡੇ ਨਾਲ ਅੱਜ ਇੱਕ ਨੌਜਵਾਨ ਹੈਗਾ ਜਿਹੜਾ ਆਪਣੇ ਵੱਲੋਂ ਕੋਸ਼ਿਸ਼ ਕਰ ਰਿਹਾ ਪੰਜਾਬ ਨੂੰ ਤੇ ਪੰਜਾਬੀਆਂ ਨੂੰ, ਲੋਕਾਂ ਨੂੰ, ਜਿਹੜੇ ਨੌਜਵਾਨ ਜਿਹੜੀ ਹੈ, ਨੌਜਵਾਨੀ ਜਿਹੜੀ ਹੈਗੀ ਹੈ, ਜਿਹੜੀ ਕੁਰਾਹੇ ਪੈ ਗਈ ਹੈ ਜਾਂ ਆਪਾਂ ਕਹਿ ਸਕਦੇ ਕਿ ਉਹਨੂੰ ਰਾਹ ਨਹੀਂ ਮਿਲ ਰਿਹਾ, ਉਹਨਾਂ ਨੂੰ ਆਪਣੀ ਵਿਰਾਸਤ ਦੇ ਨਾਲ ਜੋੜਨ ਦੀ, ਉਹਨੂੰ ਆਪਣੇ ਸ਼ਹੀਦਾਂ ਦੇ ਨਾਲ ਜੋੜਨ ਦੀ। ਰਾਜਾ ਜੀ ਸਾਡੇ ਨਾਲ ਨੇ, ਗੱਲਬਾਤ ਕਰਨੀ ਹੈ। ਲਿਖਦੇ ਵੀ ਆਪ ਨੇ, ਗਾਉਂਦੇ ਵੀ ਆਪ ਨੇ, ਤੇ ਇੱਕ ਬੜੀ ਅਹਿਮ ਮੌਕੇ ਤੇ ਇੱਕ ਬੜੀ ਅਹਿਮ ਐਲਬਮ ਲਿਆਉਣ ਦੀ ਕੋਸ਼ਿਸ਼ ਕਰ ਰਹੇ ਨੇ ਜਿਹਦੇ ਵਿੱਚ ਨੌਜਵਾਨੀ ਦੀ ਗੱਲ ਹੋਗੀ। ਬਾਈ, ਸਭ ਤੋਂ ਪਹਿਲਾਂ ਬਹੁਤ ਬਹੁਤ ਸਵਾਗਤ ਤੁਹਾਡਾ। ਬਹੁਤ ਬਹੁਤ ਧੰਨਵਾਦ ਤੁਹਾਡਾ। ਜਿੰਨੇ ਵੀ ਸਾਰੇ ਚੈਨਲ ਨੂੰ ਦੇਖ ਰਹੇ ਨੇ, ਸਾਰਿਆਂ ਦਾ ਬਹੁਤ ਬਹੁਤ ਦਿਲ ਤੋਂ ਧੰਨਵਾਦ। ਜੇ ਅਸੀਂ ਸਮਝਣ ਦੀ ਕੋਸ਼ਿਸ਼ ਕਰੀਏ, ਅਸੀਂ ਕਿਉਂਕਿ ਤੁਸੀਂ ਨਵਾਂ ਖੂਨ ਹੈਗੇ ਆ, ਨਵੀਂ ਜਵਾਨੀ ਹੈਗੀ ਆ, ਤੇ ਅੱਜ ਸਭ ਤੋਂ ਵੱਡੀ ਸਮੱਸਿਆ ਇਹੀ ਹੈ ਕਿ ਨੌਜਵਾਨੀ ਕੁਰਾਹੇ ਪੈ ਗਈ, ਨਸ਼ਿਆਂ ਦੇ ਰਾਹ ਪੈ ਗਈ, ਤਾਂ ਉਹਨੂੰ ਉਹਦਾ ਪਿਛੋਕੜ ਦੱਸਣਾ ਪਵੇਗਾ। ਤੁਸੀਂ ਆਪਣੇ ਵੱਲੋਂ ਕੋਸ਼ਿਸ਼ ਕਰ ਰਹੇ ਹੋ। ਮੈਂ ਟੀਜ਼ਰ ਦੇਖਿਆ ਸੀਗਾ, ਉਹਦੇ ਵਿੱਚ ਤੁਸੀਂ ਕੋਸ਼ਿਸ਼ ਕੀਤੀ ਹੈ ਕਿ ਪੰਜਾਬੀਆਂ ਨੂੰ, ਨੌਜਵਾਨਾਂ ਨੂੰ ਖਾਸ ਕਰਕੇ ਉਹਨਾਂ ਦਾ ਜਿਹੜਾ ਉਹਨੂੰ ਟਾਰਗੇਟ ਉਹਨਾਂ ਦਾ ਦਿਖਾਇਆ ਜਾਵੇ ਕਿ ਉਹਨਾਂ ਦਾ ਸਿਸਟਮ ਕੀ ਚੱਲ ਰਿਹਾ ਹੈਗਾ। ਬਿਲਕੁਲ, ਇਹ ਐਲਬਮ ਨੌਜਵਾਨੀ ਨੂੰ ਹੀ ਟਾਰਗੇਟ ਹੈ। ਨੌਜਵਾਨੀ ਕਿਸ ਤਰ੍ਹਾਂ ਹੋਰ ਰਾਹਾਂ ਤੇ ਪਈ ਹੋਈ ਹੈ, ਨੌਜਵਾਨੀ ਦੇ ਵਿੱਚ ਨਸ਼ੇ ਬਹੁਤ ਨੇ, ਪਰ ਮੈਨੂੰ ਪਰਸਨਲੀ ਲੱਗਦਾ ਕਿ ਜਿਨ੍ਹਾਂ ਨੂੰ ਨਸ਼ੇ ਵਾਲੇ ਕਿਹਾ ਜਾਂਦਾ, ਜਦੋਂ ਉਹਨਾਂ ਨੂੰ ਰੋਹ ਦੀ ਗੱਲ ਕੀਤੀ ਜਾਊਗੀ ਤਾਂ ਉਹਨਾਂ ਦੇ ਰਗਾਂ 'ਚ ਜਿਹੜਾ ਖੂਨ ਹੈ ਉਹ ਜ਼ਿਆਦਾ ਉਬਾਲ ਮਾਰੂਗਾ। ਤਾਂ ਇਹ ਜੋ ਸਾਨੂੰ ਇੱਕ ਸਿਨੈਰੀਓ ਪੇਸ਼ ਕੀਤਾ ਜਾਂਦਾ ਹੈ ਕਿ ਪੰਜਾਬ ਦੇ ਵਿੱਚ ਨਸ਼ਾ ਹੈ, ਬਿਲਕੁਲ ਨਸ਼ਾ ਹੈ, ਬਟ ਉਹਨੂੰ ਅਗਰ 2% ਆ ਤਾਂ ਉਹਨੂੰ ਮੇਰੇ ਹਿਸਾਬ ਨਾਲ 100% ਬਣਾ ਕੇ ਦੱਸਿਆ ਜਾਂਦਾ। ਤਾਂ ਇਹ ਨੌਜਵਾਨੀ ਕਦੇ
ਬਿਲਕੁਲ ਧੁੰਦਲੀ ਨਹੀਂ ਹੋ ਸਕਦੀ। ਇਹਦੀਆਂ ਰੰਗਾਂ 'ਚ ਜਿਹੜਾ ਖੂਨ ਹੈ ਉਹ ਬੋਲਦਾ ਹੀ ਬੋਲਦਾ ਹੈ। ਤਾਂ ਮੇਰੀ ਇੱਕ ਛੋਟੀ ਜਿਹੀ ਕੋਸ਼ਿਸ਼ ਕੀਤੀ ਹੈ, ਮੇਰੀ ਐਲਬਮ ਹੈ ਇੱਕ ਜਿਹਦਾ ਨਾਮ ਇਮੋਰਟਲ ਹੈ। ਟੀਜ਼ਰ ਉਹਦਾ ਜਿਹੜਾ ਇੰਟਰੋ ਹੈ ਉਹ ਰਿਲੀਜ਼ ਹੋ ਚੁੱਕਿਆ ਰਾਜਾ ਜੀ ਆਫੀਸ਼ੀਅਲ YouTube ਚੈਨਲ ਤੇ। ਔਰ ਜਿਹੜੀ ਇਹ ਫੁੱਲ ਐਲਬਮ ਹੈ ਉਹ ਮੇ ਬੀ ਆਪਣਾ ਵੀਰਵਾਰ ਸ਼ੁੱਕਰ 13 ਜਾਂ 14 ਤਰੀਕ ਨੂੰ ਉਹ ਜਿਹੜੀ ਔਨ 에ਅਰ ਹੋ ਜਾਣੀ ਹੈ ਸਾਰੀ। ਜੇ ਇਹਦੇ ਵਿੱਚ ਹੁਣ ਗੀਤਾਂ ਦੀ ਗੱਲ ਕਰੀਏ, ਤੁਸੀਂ ਤਕਰੀਬਨ 5 ਗੀਤ ਦੱਸ ਰਹੇ ਹੋ ਇਹਦੇ ਵਿੱਚ, ਤੇ ਪੰਜੇ ਗੀਤ ਕਿਸੇ ਨਾ ਕਿਸੇ ਤਰੀਕੇ ਨੌਜਵਾਨੀ ਨੂੰ ਟਾਰਗੇਟ ਕਰ ਰਹੇ ਨੇ। ਜੇ ਅਸੀਂ ਗੀਤਾਂ ਦੇ ਜ਼ਰੀਏ ਗੱਲ ਕਰਨੀ ਹੋਵੇ, ਕਿਹੜੇ ਕਿਹੜੇ ਗੀਤ ਨੇ, ਕਿਸ ਤਰੀਕੇ ਨਾਲ ਉਹਦੇ ਵਿੱਚ ਨੌਜਵਾਨੀ ਦੇ ਬਾਰੇ ਗੱਲ ਕੀਤੀ? ਉਹਦੇ ਵਿੱਚ 5 ਗੀਤ ਨੇ, ਇੱਕ ਇੰਟਰੋ ਹੈ। 5 ਗੀਤਾਂ ਦੇ ਵਿੱਚੋਂ ਅਗਰ ਮੈਂ ਤੁਹਾਨੂੰ ਡਿਫਾਈਨ ਕਰਾਂ ਕਿ ਇੱਕ ਪਹਿਲਾ ਗੀਤ ਹੈ, ਜਿੱਦਾਂ ਤੁਸੀਂ ਕਲਮ ਦੀ ਗੱਲ ਕੀਤੀ ਆ, ਤਾਂ ਉਹ ਕਲਮ ਦੀ ਬੜੀ ਖੂਬਸੂਰਤ ਗੱਲ ਕੀ ਲਿਖੀ ਹੋਈ ਹੈ ਕਿ ਮੈਂ ਤੇਰੇ ਹੱਥ ਵਿੱਚ ਫੜੀ ਤੇਰੀ ਗਨ ਵਰਗੀ, ਮੇਰੀ ਕਹੀ ਗੱਲ ਕੰਨਾਂ ਉੱਤੇ ਬੰਬ ਵਰਗੀ, ਹੈ ਨਾ। ਤਾਂ ਇੱਕ ਕਲਮ ਤੇ ਗੀਤ ਆ, ਜੋ ਇੱਕ ਕਲਮ ਰਾਈਟਰ ਦੇ ਨਾਲ ਗੱਲ ਕਰ ਰਹੀ ਆ। ਉਹ ਆਪਣੇ ਬਾਰੇ ਦੱਸ ਰਹੀ ਆ ਵੀ ਤੂੰ ਖੁੱਲ ਕੇ ਲਿਖ, ਕਾਗਜ਼ ਦੀ ਹਿੱਕ ਤੇ ਲਾ ਦੇ ਚਾਹੇ ਢੇਰੀ, 2 ਉਂਗਲਾਂ 'ਚ ਫੜ ਤੈਨੂੰ ਦੇਊਂਗੀ ਦਲੇਰੀ, ਕਲਮ ਕਹਿ ਰਹੀ ਆ। ਉਹ ਦੂਸਰਾ ਗੀਤ ਆ ਵੀਗੋ ਅਸੀਂ ਜਾ ਰਹੇ ਹਾਂ, ਨਾ। ਉਹ 'ਚ ਆਜ਼ਾਦੀ ਦੀ ਗੱਲ ਕੀਤੀ ਗਈ ਹੈ। ਆਜ਼ਾਦੀ ਮੀਨ ਕਿ ਅਸੀਂ ਅੱਜ ਦੇ ਟਾਈਮ ਤੇ ਕਿਹੜੀ ਗੁਲਾਮੀ 'ਚ ਗ੍ਰਸਤ ਹਾਂ, ਸਾਨੂੰ ਦਿਖਦੀ ਨਹੀਂ ਆ ਉਹ, ਬਟ ਅਸੀਂ ਗੁਲਾਮੀ ਦੇ ਵਿੱਚ ਗ੍ਰਸਤ ਹਾਂ, ਸਾਨੂੰ ਸਮਝਣਾ ਪਊਗਾ ਇਹ। ਔਰ ਉਹਦੇ ਬਾਰੇ ਦੇ ਵਿੱਚ ਹੀ ਹੈ। ਉਹ ਪ੍ਰੋਪਰ ਸਰਕਾਰਾਂ ਨੂੰ ਟਾਰਗੇਟ ਹੈ ਕਿ ਸਰਕਾਰਾਂ ਇੱਕ ਪਰਟੀਕੂਲਰ ਵੋਟ ਬੈਂਕ ਵਾਸਤੇ, ਮੈਜੋਰਿਟੀ ਨੂੰ ਖੁਸ਼ ਕਰਨ ਵਾਸਤੇ ਮਾਈਨੋਰਿਟੀ ਨਾਲ ਜੋ ਵਿਤਕਰਾ ਹੋ ਰਿਹਾ ਹੈ ਨਾ, ਉਹ ਉਹਦੇ ਤੇ ਆ, ਉਹ ਨੌਜਵਾਨੀ ਤੇ ਹੈ ਕਿ ਉਹ ਕਿਸ ਹਿਸਾਬ ਨਾਲ ਉਹਨੂੰ ਲੈ ਰਹੇ ਆ। ਉਹ ਇੱਕ ਮਾਨਸਿਕ ਗੁਲਾਮੀ ਦੇ ਸਾਫ਼-ਸਾਫ਼ ਲੱਛਣ ਨੇ ਉਹਦੇ, ਮੈਨੂੰ ਲੱਗਦਾ। ਬੜੀ ਅਹਿਮ ਗੱਲਾਂ ਤੁਸੀਂ ਕੀਤੀਆਂ ਦੋਹਾਂ ਗੀਤਾਂ ਦੇ ਜ਼ਰੀਏ, ਕਿ ਇੱਕ ਤਾਂ ਕਲਮ ਦੇ ਜ਼ਰੀਏ, ਕਿਉਂਕਿ ਅੱਜ ਕੱਲ੍ਹ ਕਲਮਾਂ ਨੂੰ ਵੀ ਦੱਬਿਆ ਜਾ ਰਿਹਾ। ਜੇ ਕੋਈ ਬੋਲਦਾ ਹਾਲ ਦੀ ਅਸੀਂ ਗੱਲ ਕਰੀ ਤਾਂ ਜੈਨੀ ਜੌਲ ਦਾ ਇੱਕ ਗੀਤ ਆਇਆ ਸੀਗਾ, ਉਹਨੂੰ ਵੀ ਬੈਨ ਕਰ ਦਿੱਤਾ ਗਿਆ, ਕਿਉਂਕਿ ਉਹਦੇ ਵਿੱਚ ਸਰਕਾਰਾਂ ਦੇ ਖਿਲਾਫ ਬੋਲਿਆ ਗਿਆ ਸੀ, ਸੱਚ ਬੋਲਿਆ ਗਿਆ ਸੀਗਾ। ਤੁਸੀਂ ਕਲਮ ਦੀ ਗੱਲ ਕੀਤੀ, ਦੂਜਾ ਤੁਸੀਂ ਗੱਲ ਕੀਤੀ ਕਿ ਕਿਸ ਤਰੀਕੇ ਨਾਲ ਇਸ ਵੇਲੇ ਨੌਜਵਾਨੀ ਗੁਲਾਮ ਹੋਈ ਪਈ ਹੈ, ਜਾਂ ਪੰਜਾਬੀ ਆਪਣੇ ਕਹਿ ਲਈਏ ਮਾਨਸਿਕ ਤੌਰ ਤੇ ਗੁਲਾਮ ਹੋਏ ਨੇ। ਇਦਾਂ ਦੀਆਂ ਗੱਲਾਂ ਲਿਖਣੀਆਂ ਤੇ ਉਹਨਾਂ ਨੂੰ ਪ੍ਰੈਜ਼ੈਂਟ ਕਰਨਾ, ਮੈਨੂੰ ਲੱਗਦਾ ਕਿ ਆਪਣੇ ਆਪ ਦੇ ਵਿੱਚ ਚੁਣੌਤੀ ਹੈਗੀ ਵੱਡੀ। ਚੁਣੌਤੀ, ਹਾਂ ਬਿਲਕੁਲ ਮੰਨ ਸਕਦੇ ਹਾਂ ਚੁਣੌਤੀ ਆ, ਪਰ ਮੈਨੂੰ ਲੱਗਦਾ ਹੈ ਕਿ ਕਲਮ ਦੱਬੀ ਨਹੀਂ ਜਾ ਸਕਦੀ। ਇੱਕ ਆਰਟਿਸਟ ਲਈ ਅਗਰ ਉਹਦੀ ਕਲਮ ਆਜ਼ਾਦ ਨਹੀਂ ਹੈ ਤਾਂ ਮੈਨੂੰ ਲੱਗਦਾ ਫਿਰ ਉਹ ਆਰਟਿਸਟ ਨਹੀਂ ਹੈ। ਅਗਰ ਕਲਮ ਤੁਸੀਂ ਫੜੀ ਹੈ ਤਾਂ ਫਿਰ ਜੋ ਤੁਹਾਨੂੰ ਲੱਗ ਰਿਹਾ, ਜੋ ਸੱਚ ਹੈ, ਤੁਸੀਂ ਉਹੀ ਲਿਖੋ, ਹੈ ਨਾ। ਅੰਜਾਮ ਦੀ ਪਰਵਾਹ ਨਹੀਂ ਹੈ। ਜਿੱਦਾਂ ਅਸੀਂ ਜ਼ਿਕਰ ਕਰ ਲਈਏ, ਸਿੱਧੂ ਮੂਸੇਵਾਲਾ ਵੀ ਬੜੇ ਬੇਬਾਕ ਢੰਗ ਦੇ ਨਾਲ ਗੱਲਬਾਤ ਕਰਦੇ ਨਜ਼ਰ ਆਉਂਦੇ ਸੀ। 295 ਗੀਤ ਆਇਆ ਤਾਂ ਬੜੇ ਉਹਨਾਂ ਦੇ ਉੱਪਰ ਉਂਗਲੀਆਂ ਉੱਠੀਆਂ, ਬੜੀਆਂ ਚੀਜ਼ਾਂ ਹੋਈਆਂ। ਬਾਅਦ ਵਿੱਚ ਉਹਨਾਂ ਦਾ ਅੰਤ ਕਿਸ ਤਰੀਕੇ ਨਾਲ ਹੋਇਆ ਸੀ ਭਲੀ ਭਾਂਤ ਜਾਣਦੇ ਹਾਂ। ਲੱਗਦਾ ਕਿ ਉਸੇ ਤਰੀਕੇ ਦੇ ਨਾਲ ਕੀ ਸਿੱਧੂ ਮੂਸੇਵਾਲਾ ਵੀ ਪ੍ਰਭਾਵਿਤ ਕਰਦੇ ਨੇ? ਨਹੀਂ, ਪ੍ਰਭਾਵਿਤ ਸਿੱਧੂ ਮੂਸੇਵਾਲਾ ਦੇਖੋ ਉਹਨਾਂ ਨੇ ਬਹੁਤ ਅੱਛਾ ਕੰਮ ਕੀਤਾ, ਪਰ ਪ੍ਰਭਾਵਿਤ ਸਾਨੂੰ ਤਾਂ ਪੂਰਾ ਪੰਜਾਬ ਦਾ ਇਤਿਹਾਸ ਕਰ ਰਿਹਾ। ਅਸੀਂ ਪੰਜਾਬ ਦੇ ਇਤਿਹਾਸ ਤੋਂ ਪ੍ਰਭਾਵਿਤ ਹੋ ਰਹੇ ਹਾਂ। ਅਗਰ ਅੱਜ ਦੀ ਪੀੜ੍ਹੀ ਅਗਰ ਆਰਟਿਸਟ ਮਹਿਕਮਾ ਉਹਦੇ ਤੇ ਨਹੀਂ ਲਿਖੂਗਾ ਤੇ ਫਿਰ ਕੌਣ ਲਿਖੂਗਾ? ਸੰਗੀਤ ਬਹੁਤ ਵੱਡੀ ਗੱਲ ਹੈ। ਸੰਗੀਤ ਨੇ ਹੀ ਇੱਕ ਮਾਹੌਲ ਚੇਂਜ ਕਰਨਾ ਹੁੰਦਾ। ਜਿੱਦਾਂ ਅਸੀਂ ਦੇਖਦੇ ਹਾਂ ਹਰੇਕ ਕੁਝ ਟਾਈਮ ਬਾਅਦ ਮਿਊਜ਼ਿਕ ਚੇਂਜ ਹੁੰਦਾ, ਨਵੀਆਂ ਗੱਲਾਂ ਹੁੰਦੀਆਂ। ਤਾਂ ਮੈਨੂੰ ਲੱਗਦਾ ਕਿ ਸੰਗੀਤ ਦਾ ਬਹੁਤ ਅਹਿਮ ਹਿੱਸਾ ਹੈ ਨਾ। ਤੁਸੀਂ ਦੋ ਗੱਲਾਂ ਦਾ ਜ਼ਿਕਰ ਕੀਤਾ, ਇੱਕ ਕਲਮ ਗੀਤ ਦਾ ਜ਼ਿਕਰ ਹੋ ਗਿਆ, ਦੂਸਰਾ ਵੀਗੋ ਦਾ, ਜਿਹਦੇ ਵਿੱਚ ਇਹ ਦੱਸਿਆ ਗਿਆ ਕਿ ਗੁਲਾਮੀ ਹੈ। ਬਾਕੀ 3 ਗੀਤਾਂ ਦਾ ਬਾਕੀ ਇੱਕ ਫੇਮਸ ਗਾਣੇ ਦਾ ਨਾਮ ਹੈ, ਉਹਦੇ 'ਚ ਬੜੀ ਅੱਛੀ ਗੱਲ, ਉਹਦੇ 'ਚ ਸ਼ੁਰੂ ਦੀਆਂ ਲਾਈਨਾਂ ਹੀ ਮੈਂ ਤੁਹਾਨੂੰ ਦੱਸ ਦਿੰਦਾ। ਉਹਦੇ 'ਚ ਦੱਸ ਰਿਹਾ ਕਿ ਸਾਨੂੰ ਚੜ੍ਹਦੀ ਕਲਾ 'ਚ ਰਹਿਣਾ ਸਿਖਾਇਆ ਨਹੀਂ ਜਾਂਦਾ, ਇਹ ਸਾਡੇ ਖੂਨ 'ਚ ਹੈ। ਉਹ ਕਿਰਦਾਰ ਹੈ, ਉਹ ਕੋਲੈਬੋਰੇਸ਼ਨ ਹੈ। 3 ਅੱਡੋ-ਅੱਡ ਕਿਰਦਾਰ ਦਿਖਾਏ ਜਾ ਰਹੇ ਆ ਕਿ ਉਹ ਚੜ੍ਹਦੀ ਕਲਾ ਦੇ ਵਿੱਚ ਹੀ ਨੇ। ਉਹ ਚੜ੍ਹਦੀ ਕਲਾ ਰੋਜ਼ 'ਚ ਹੀ ਗੱਲ ਕਰ ਰਹੇ ਨੇ। ਉਹਦੇ 'ਚ ਉਹ ਨਸ਼ਿਆਂ ਦੀ ਪੂਰੀ ਨਖੇਦੀ ਕਰ ਰਹੇ ਨੇ ਕਿ ਨਸ਼ੇ ਸਾਡੇ ਨੇੜੇ ਨਹੀਂ ਆ। ਸਾਡਾ ਸੰਤ ਤੇ ਸਿਪਾਹੀ ਵਾਲਾ ਕਨਸੈਪਟ ਹੈ। ਅਸੀਂ ਸਹੀ ਤਰੀਕੇ ਨਾਲ ਆਪਦਾ ਕੰਮਕਾਰ ਕਰਦੇ ਹਾਂ, ਫੈਮਿਲੀ ਸੰਭਾਲਦੇ ਹਾਂ, ਬਟ ਸਾਡਾ ਅਗਰ ਅਸੀਂ ਸੰਤਾਂ ਦੇ ਨਾਲ ਸਿਪਾਹੀ ਵੀ ਹਾਂ। ਜੇ ਅਸੀਂ ਇੱਥੇ ਹੁਣ, ਕਿਉਂਕਿ ਦਰਸ਼ਕਾਂ ਨੂੰ, ਕਿਉਂਕਿ ਇਹ ਹੁੰਦਾ ਕਿ ਜੇ ਕੋਈ ਕਲਾਕਾਰ ਆਇਆ ਹੈਗਾ ਤਾਂ ਉਹ ਜੇ ਕੋਈ ਗੀਤ ਦੱਸ ਰਿਹਾ ਹੈਗਾ, ਉਹਨੂੰ ਥੋੜਾ ਗੁਣਗੁਣਾ ਕੇ ਵੀ ਦੱਸ ਦਿੱਤਾ ਜਾਵੇ। ਜੇ ਇਹ ਗੀਤ ਦੇ ਕੁਝ 2 ਬੋਲ ਤੁਸੀਂ ਇਹਦੇ ਫੇਮਸ ਦੇ ਹੀ ਮੈਂ ਤੁਹਾਨੂੰ ਗਾ ਕੇ ਦੱਸ ਦਿੰਦਾ। ਉਹ ਸਾਨੂੰ ਚੜ੍ਹਦੀ ਕਲਾ 'ਚ ਰਹਿਣਾ ਸਿਖਾਇਆ ਨਹੀਂ ਜਾਂਦਾ, ਇਹ ਸਾਡੇ ਖੂਨ 'ਚ ਹੈ। ਕਿਰਦਾਰ ਸੁਣਨੇ ਆ ਸੁਣ ਫਿਰ। ਗੱਭਰੂ ਮਝੈਲ ਸ਼ੌਂਕੀ ਖੱਟਣੇ ਦੇ ਵੈਲ, ਬੋਡੀ ਵਿੱਚੋਂ ਛੱਡਦੇ ਨੇ ਇਹ ਤਰਫ ਲੇਲ। ਆਓ ਮਾਊਜ਼ਰ ਬਲੈਕ ਸ਼ੌਂਕੀ ਖੇਡਣੇ ਦੇ ਖੇਲ, ਸੱਦਾ ਟੱਕਰੇ ਕੋਈ ਆ ਕੇ ਜਿਹਦੇ ਤਿਲਾਂ ਵਿੱਚ ਤੇਲ। ਬਾਹਾਂ ਉੱਤੇ ਟੈਟੂ ਛਾਪੇ, ਅੱਖਾਂ ਮਾਰਦੀਆਂ ਛਾਪੇ, ਰੱਖਦੇ ਆ ਦੂਰ ਬੰਦੇ ਪਾਲਸ਼ੀ ਲਿਫਾਫੇ। ਆਓ ਜੰਗ ਦੇ ਮੈਦਾਨ ਵਿੱਚ ਛਾਤੀ ਠੋਕ ਖੜਦੇ ਆ ਪੁਰਖੇ ਨੇ ਜਿਹਦੇ ਵੈਰੀ ਸਦਾ ਲਈ ਸਵਾਤੇ। ਜਾਣੀ ਕਿ ਇਸ ਤਰੀਕੇ ਨਾਲ ਨੌਜਵਾਨਾਂ ਨੂੰ ਮੋਟੀਵੇਟ ਕਰਨ ਦੀ ਕੋਸ਼ਿਸ਼ ਹੈ ਕਿ ਆਪਣਾ
ਤੁਸੀਂ ਜਿਹੜਾ ਪਿਛੋਕੜ ਵੀ ਦੇਖੋ, ਆਪਣੇ ਪਛਾਣੋ। ਪਿਛੋਕੜ ਤੁਸੀਂ ਕਿੱਥੋਂ ਆਏ ਹੈਗੇ। ਬਿਲਕੁਲ ਆਪਣੇ ਆਪ ਨੂੰ ਪਛਾਣਨ ਵਾਲੀ ਗੱਲ ਹੀ ਇਹਦੇ ਚ ਕੀਤੀ ਗਈ ਆ। ਔਰ ਮੇਰੀ ਤਾਂ ਇੱਕ ਕੋਸ਼ਿਸ਼ ਆ, ਪਰ ਮੈਨੂੰ ਲੱਗਦਾ ਜਿੱਦਾਂ ਤੁਸੀਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਇਹ ਹਿਸਾਬ ਦਾ ਕੰਟੈਂਟ ਕਿਸ ਤਰ੍ਹਾਂ ਦਾ, ਤਾਂ ਹਾਂ ਥੋੜਾ ਐਲਬਮ ਅੱਛਾ ਹਾਜ਼ਮਾ ਕਰਕੇ ਸੁਣੀ ਜਾ ਸਕਦੀ ਹੈ, ਅੱਛੇ ਹਾਜ਼ਮੇ ਦੀ ਲੋੜ ਆ। ਬੜੀ ਬੜੀ ਅਹਿਮ ਚੀਜ਼ ਹੈ ਕਿ ਜਿਸ ਤਰੀਕੇ ਨਾਲ ਇਸ ਵੇਲੇ ਅਸੀਂ ਦੇਖ ਰਹੇ ਹਾਂ ਸਾਰੀਆਂ ਚੀਜ਼ਾਂ ਕਮਰਸ਼ੀਅਲ ਹੋ ਗਈਆਂ। ਲੋਕੀ ਕਮਰਸ਼ੀਅਲ ਚੀਜ਼ਾਂ ਵੱਲਾਂ ਜ਼ਿਆਦਾ ਝੁਕਾਅ ਰੱਖਦੇ ਨੇ। ਇਹ ਗੱਲਾਂ ਜ਼ਿਆਦਾ ਹੁੰਦੀਆਂ ਕਿ ਕੁੜੀ ਨੇ ਕਿਹੜੇ ਕੱਪੜੇ ਪਾਏ ਆ, ਮੁੰਡੇ ਤੋਂ ਕਿਹੜੀ ਗੱਡੀ ਹੈ, ਇਹਨਾਂ ਚੀਜ਼ਾਂ ਦਾ ਜ਼ਿਆਦਾ ਜ਼ਿਕਰ ਹੁੰਦਾ ਅੱਜ ਕੱਲ੍ਹ। ਮਹਾਰਾਜ ਜਦੋਂ ਘਰੇ ਅੱਗ ਲੱਗੀ ਹੋਵੇ ਉਦੋਂ ਇਸ਼ਕ ਮੁਹੱਬਤਾਂ ਦੀ ਗੱਲ ਨਹੀਂ ਹੋ ਸਕਦੀ। ਹਮੇਸ਼ਾ ਮਿਊਜ਼ਿਕ ਸਮੇਂ ਦੇ ਹਿਸਾਬ ਨਾਲ ਚੱਲਦਾ। ਜਦੋਂ ਤੁਹਾਡੇ ਘਰੇ ਰੋਟੀ ਨਹੀਂ ਹੈ ਤਾਂ ਤੁਸੀਂ ਫੁੱਲਾਂ ਦੀ ਗੱਲ ਨਹੀਂ ਕਰੋਗੇ, ਭੁੱਖਾ ਢਿੱਡ ਫੁੱਲਾਂ ਦੀ ਗੱਲ ਨਹੀਂ ਕਰੂਗਾ। ਜਦੋਂ ਘਰੇ ਅੱਗ ਲੱਗੀ ਹੋਈ ਹੈ ਤਾਂ ਉਦੋਂ ਫਿਰ ਸੰਗੀਤ ਜਾਂ ਗੱਲਾਂ ਬਾਤਾਂ ਵੀ ਉਸੇ ਤਰੀਕੇ ਦੀਆਂ ਹੋਣੀਆਂ। ਆਖਰੀ ਜਿਹੜੇ 2 ਗੀਤ ਜਿਹੜੇ ਹੈਗੇ ਉਹਨਾਂ ਦੇ ਵਿੱਚ ਕਿਸ ਤਰੀਕੇ ਦਾ ਕੰਟੈਂਟ ਹੈ? ਆਖਰੀ ਉਹਦੇ ਚ ਗੀਤ ਹੈ ਇੱਕ ਸੌਰੀ ਮੌਮ ਹੈ, ਜਿਹਦੇ ਚ ਇੱਕ ਫਾਈਟਰ ਹੈ ਜੋ ਇੱਕ ਯੋਧਾ ਹੈ, ਉਹਦੀ ਮਾਂ ਦੇ ਨਾਲ ਜਜ਼ਬਾਤ ਨੇ। ਇੱਕ ਮਾਂ ਤੇ ਪੁੱਤ ਦਾ ਰਿਸ਼ਤਾ ਬੜਾ ਅਹਿਮ ਹੈ। ਉਹ ਆਪਣੀ ਮਾਂ ਨੂੰ ਕਹਿ ਰਿਹਾ ਕਿ ਮਾਏ ਮੈਨੂੰ ਮਾਫ ਕਰੀ। ਕਹਿੰਦਾ ਕੰਡਿਆਂ ਦੇ ਰੋਡ ਜਿੰਨਾ ਉੱਤੇ ਜਾਵਾਂ ਤੁਰਿਆ ਮੈਂ, ਰੱਬੀ اخلاق ਜਿਹਦੇ ਨਾਲ ਜਾ ਕੇ ਜੁੜਿਆ ਮੈਂ। ਪਤਾ ਨਹੀਂ ਕਦੋਂ ਤੇਰੀ ਕੋਖ ਸੁੰਨੀ ਕਰ ਜਾਂ, ਲੜਦਾ ਹਕੂਮਤ ਦੇ ਨਾਲ ਕਦੋਂ ਮਰ ਜਾ ਮੈਂ। ਦੇਖ ਕੇ ਗੁਲਾਮੀ ਖੂਨ ਖੌਲਦਾ ਏ ਮੇਰਾ, ਤਾਂ ਹੀ ਆ ਗਿਆ ਮੈਦਾਨ ਵਿੱਚ ਸ਼ੇਰ ਬੱਚਾ ਤੇਰਾ। ਕੌਮ ਦੀ ਲੜਾਈ ਕਰ ਤਕੜਾ ਤੂੰ ਜੇਰਾ, ਮੈਨੂੰ ਖਤਰੇ 'ਚ ਲੱਗਦਾ ਵਜੂਦ ਸੱਚੀ ਮੇਰਾ। ਝੁੱਕ ਕੇ ਨਹੀਂ ਮੇਥੋਂ ਹੁਣ ਜ਼ਿੰਦਗੀ ਨੂੰ ਜੀ ਹੋਣਾ, ਵੱਟ ਕੇ ਇਹ ਚੁੱਪ ਲਹੂ ਨਹੀਂ ਉਹ ਪੀ ਹੋਣਾ। ਡਰ ਵਾਲਾ ਥਾਟ ਹੁਣ ਮਾਈਂਡ ਵਿੱਚੋਂ ਕੱਢਤਾ ਮੈਂ, ਵੱਜ ਜੂਗੀ ਗੋਲੀ ਹੋਰ ਇਹ ਤੋਂ ਵੱਧ ਕੀ ਹੋਣਾ, ਮਾਏ ਮੈਨੂੰ ਮਾਫ ਕਰੀ। ਬੜੀ ਅਹਿਮ ਗੱਲ ਕਹੀ ਹੈ ਤੁਸੀਂ, ਕਿਉਂਕਿ ਅੱਜ ਕੱਲ੍ਹ ਇਦਾਂ ਦਾ ਕੰਟੈਂਟ ਲਿਖਿਆ ਨਹੀਂ ਜਾ ਰਿਹਾ। ਅੱਜ ਕੱਲ੍ਹ ਤਾਂ ਕਮਰਸ਼ੀਅਲ ਹੋ ਗਏ, ਲੋਕੀ ਦੇਖਦੇ ਕਿ ਪੈਸੇ ਕਿੱਧਰੋਂ ਆਉਣੇ ਆ। ਇਹ ਤਾਂ ਸਿੱਧਾ ਇਹਦੇ ਵਿੱਚ ਰੋਸ ਮੰਨ ਲਈਏ ਸਰਕਾਰ ਦੇ ਪ੍ਰਤੀ ਰੋਸ ਹੈਗਾ ਕਿ ਕਿਸ ਤਰੀਕੇ ਨਾਲ ਸਰਕਾਰਾਂ ਮਜਬੂਰ ਕਰ ਰਹੀਆਂ। ਹੋਣਾ ਹੀ ਆ ਰੋਸ। ਦੇਖੋ ਹਨਾ, ਅਗਰ ਅਸੀਂ ਵੋਟਾਂ ਪਾ ਕੇ ਇੱਕ ਪਾਰਟੀਕੂਲਰ ਨੁਮਾਇੰਦਿਆਂ ਨੂੰ ਆਪਦਾ ਹੱਕ ਦਿੰਨੇ ਆ ਕਿ ਤੁਸੀਂ ਸਾਨੂੰ ਦੇਖੋ, ਸਾਡੇ ਪ੍ਰਤੀ ਜੋ ਸਾਡੇ ਹੱਕ ਨੇ ਜਾਂ ਅਸੀਂ ਕਿਸ ਤਰ੍ਹਾਂ ਦਾ ਇੱਕ ਲਾਈਫ ਸਟਾਈਲ ਜਿਉਣਾ ਬਿਹਤਰ ਮੰਗਦੇ ਆ ਹਨਾ, ਤੁਸੀਂ ਸਾਨੂੰ ਉਹ ਦਿਓ। ਬਟ ਅਗਰ ਉਹ ਨਹੀਂ ਦੇਣਗੇ ਤਾਂ ਸਾਡੇ ਸਿੱਧੇ ਸਵਾਲ, ਅਸੀਂ ਨਾਰਮਲੀ ਅਗਰ ਇਹ ਡੈਮੋਕ੍ਰੇਸੀ ਦੀ ਗੱਲ ਕਰੇ ਤਾਂ ਸਿੱਧੇ ਸਵਾਲ ਪੁੱਛ ਸਕਦੇ ਆ, ਤਾਂ ਇੱਕ ਆਰਟਿਸਟ ਵੀ ਮਿਊਜ਼ਿਕ ਨਾਲ ਪੁੱਛ ਸਕਦਾ। ਰਾਜਾ, ਤੁਹਾਡੀ ਅਸੀਂ ਗੱਲ ਕਰੀਏ, ਨਿਰਾਸ਼ ਹੋ ਸਿਸਟਮ ਤੋਂ ਇਸ ਵੇਲੇ ਜਿਸ ਤਰੀਕੇ ਦੇ ਹਾਲਾਤ ਬਣੇ ਹੋਏ ਨੇ। ਨੌਜਵਾਨ ਲਗਾਤਾਰ ਵਿਦੇਸ਼ਾਂ ਦੇ ਵਿੱਚ ਕੂਚ ਕਰ ਰਹੇ ਨੇ, ਰੋਜ਼ ਇੱਥੇ ਲਾਠੀਆਂ ਪੈ ਰਹੀਆਂ ਨੇ, ਬੇਰੁਜ਼ਗਾਰੀ ਵੱਧਦੀ ਜਾ ਰਹੀ ਹੈ, ਮਹਿੰਗਾਈ ਵੱਧਦੀ ਜਾ ਰਹੀ ਹੈ। ਨਿਰਾਸ਼ ਹੋ ਸਿਸਟਮ ਤੋਂ? ਨਿਰਾਸ਼ ਤਾਂ ਹੋਣੀ ਲਾਜ਼ਮੀ ਹੈ, ਨਿਰਾਸ਼ ਤਾਂ ਲਾਜ਼ਮੀ ਹੈ, ਕਿਉਂਕਿ ਮਾਹੌਲ ਐਸਾ ਹੈ। ਤੁਸੀਂ ਕਿੰਨਾ ਪੰਜਾਬੀ ਮੁੰਡਾ ਨਸ਼ੇ ਨਾਲ ਮਰ ਰਿਹਾ, ਤੁਸੀਂ ਅੰਮ੍ਰਿਤਸਰ ਬੈਲਟ ਆ ਸਾਰੀ, ਕਿੰਨਾ ਨਸ਼ੇ ਨਾਲ ਬੁਰਾ ਹਾਲ ਹੈ ਹਨਾ। ਅਲੱਗ-ਅਲੱਗ ਤਰੀਕੇ ਨਾਲ ਨਸ਼ੇ ਵਾਲੇ ਹੈ, ਬਟ ਉਹਦਾ ਸਿਨੈਰੀਓ ਹੋਰ ਹਿਸਾਬ ਨਾਲ ਦਿਖਾਇਆ ਜਾ ਰਿਹਾ ਹਨਾ। ਉਹ ਕਿਤੇ ਉੜਤਾ ਪੰਜਾਬ ਮੂਵੀ ਆ ਜਾਂਦੀ ਹੈ ਵੀ ਉੜਤਾ ਪੰਜਾਬ ਮੁੰਡੇ ਸਾਰੇ ਉੱਡੀ ਜਾਂਦੇ ਆ, ਤਾਂ ਐਸੀ ਗੱਲ ਨਹੀਂ ਹੈ। ਉਹ ਨਸ਼ਾ ਜਿਨ੍ਹਾਂ ਦੀਆਂ ਰਗਾਂ ਚੋਂ ਖੂਨ ਉਬਾਲੇ ਮਾਰ ਰਿਹਾ ਨਾ, ਨਸ਼ਾ ਵੀ ਬਹੁਤਾ ਟਾਈਮ ਉਹਨਾਂ ਚੋਂ ਨਹੀਂ ਰਹਿੰਦਾ। ਜਿਹੜੇ ਨਸ਼ੇ ਵਾਲੇ ਮੁੰਡੇ ਆ ਉਹੀ ਉੱਠਣਗੇ, ਉਹੀ ਆਪਦੇ ਹੱਕ ਦੀ ਗੱਲ ਕਰਨਗੇ ਔਰ ਸਰਕਾਰਾਂ ਨੂੰ ਇਹ ਜਵਾਬ ਦੇਣਾ ਪੈਣਾ। ਯਾਨੀ ਕਿ ਸਿੱਧੇ ਤੌਰ ਤੇ ਮੰਨ ਲਈ ਸਰਕਾਰਾਂ ਵੀ ਉਲਝਾ ਕੇ ਰੱਖਣਾ ਚਾਹੁੰਦੀਆਂ ਨੇ। ਇਸੇ ਕਰਕੇ ਹੁਣ ਕਲਮ ਦੇ ਜ਼ਰੀਏ ਸਰਕਾਰਾਂ ਨੂੰ ਤਾਂ ਚਲੋ ਨਾਲ ਦੀ ਨਾਲ ਚੇਤਾਵਨੀ ਹੈਗੀ, ਨਾਲ ਨਾਲ ਨੌਜਵਾਨਾਂ ਨੂੰ ਜਾਗਰੂਕ। ਬਿਲਕੁਲ, ਸਰਕਾਰਾਂ ਉਲਝਾਉਣ ਵਾਲੀ ਉਹੀ ਗੱਲ ਹੈ ਨਾ। ਸਰਕਾਰ ਇੱਕ ਪਾਰਟੀਕੂਲਰ ਵੋਟ ਬੈਂਕ ਵਾਸਤੇ, ਇੱਕ ਮੈਜੋਰਿਟੀ ਕਲਾਸ ਨੂੰ ਖੁਸ਼ ਕਰਨ ਵਾਸਤੇ ਮਾਈਨੋਰਿਟੀ ਨੂੰ ਦਬਦੀ ਹੈ। ਉਹ ਅਲੱਗ-ਅਲੱਗ ਤਰੀਕੇ ਨੂੰ ਜੋ ਉਹਨਾਂ ਨੂੰ, ਅੱਛਾ ਇਹ ਵੀ 2 ਚੀਜ਼ਾਂ 'ਚ ਪੈਦਾ ਹੁੰਦੀ ਹੈ। ਜਿਹੜੀ ਮਾਈਨੋਰਿਟੀ 'ਚ ਕੁਝ ਕਰ ਗੁਜ਼ਰਨ ਦਾ ਜਜ਼ਬਾ ਹੈ, ਉਹਨੂੰ ਜ਼ਿਆਦਾ ਦੱਬਿਆ ਜਾਂਦਾ, ਉਹਨੂੰ ਅਲੱਗ-ਅਲੱਗ ਤਰੀਕੇ ਨਾਲ ਅਲੱਗ-ਅਲੱਗ ਪੇਸ਼ ਕੀਤਾ ਜਾਂਦਾ ਹੈ, ਨਸ਼ੇ ਦੇ ਤਰੀਕੇ ਨਾਲ ਜਾਂ ਹਨਾ ਕਾਈਂਡ ਆਫ ਕਿੱਦਾਂ ਹੁਣ ਜਿੱਦਾਂ ਸਾਡਾ ਕਿਸਾਨ ਮੋਰਚਾ ਲੱਗਿਆ, ਉਹਨਾਂ ਨੂੰ ਵੱਖਵਾਦੀ ਜਾਂ ਅੱਤਵਾਦੀ ਕਹਿ ਦੇਣਾ। ਤਾਂ ਇਹ ਸਰਕਾਰਾਂ, ਮੈਨੂੰ ਲੱਗਦਾ ਸਰਕਾਰਾਂ ਦਾ ਹੀ ਹੈ, ਲੱਗਦਾ ਵੀ ਕਿ ਪਾਰਟੀਕੂਲਰ ਸਰਕਾਰਾਂ ਦੀ ਹੀ ਪਾਰਟੀਕੂਲਰ ਵੋਟ ਬੈਂਕ ਨੂੰ ਇੱਕ ਚਲਾਉਣ ਵਾਸਤੇ ਆਪਣੇ ਹਿਸਾਬ ਨਾਲ ਗਿਣਿਆ ਮਿੱਥਿਆ ਇਹਨੂੰ ਸਾਜ਼ਿਸ਼ ਕਹਿ ਸਕਦਾ ਮੈਂ। ਜੇ ਅਸੀਂ ਆਉਣ ਵਾਲੇ ਦਿਨਾਂ ਦੀ ਗੱਲ ਕਰ ਰਹੇ ਹੋਏ, ਜਿਵੇਂ ਤੁਸੀਂ ਹੁਣ 5 ਗੀਤਾਂ ਦਾ ਜ਼ਿਕਰ ਕਰ ਰਹੇ ਹੋ, ਜਿਸ ਤਰੀਕੇ ਨਾਲ ਜ਼ਮਾਨਾ ਬੜਾ ਕਮਰਸ਼ੀਅਲ ਜਿਹਾ ਹੋ ਗਿਆ, ਕੀ ਇਸੇ ਤਰੀਕੇ ਦੇ ਗੀਤ ਗਾਉਣੇ ਆ ਆਉਣ ਵਾਲੇ ਸਮੇਂ ਦੇ ਵਿੱਚ ਜਾਂ ਫਿਰ ਕਮਰਸ਼ੀਅਲ ਗੀਤਾਂ ਵੱਲ ਵੀ ਧਿਆਨ ਹੋਊ? ਨਹੀਂ, ਦੇਖੋ ਦੋਨੋਂ ਤਰ੍ਹਾਂ ਦਾ ਹੀ ਕੰਮ ਹੋਊਗਾ, ਬਟ ਉਹਨਾਂ 'ਚ ਜੋ ਗੱਲ ਅਸੀਂ ਸੱਚ ਲਿਖਣੋਂ ਨਹੀਂ ਹਟਾਂਗੇ। ਜੋ ਗੱਲ ਹੋਊਗੀ ਉਹ ਠੋਕ ਕੇ ਕੀਤੀ ਜਾਊਗੀ। ਉਹਦੇ 'ਚ ਕੋਈ ਦੋ ਰਾਏ ਨਹੀਂ ਹੋਊਗੀ ਕਿ ਅਸੀਂ ਜੋ ਗੱਲ ਹੈ ਅਸੀਂ ਲੁਕਾ ਕੇ ਨਹੀਂ ਕਰਾਂਗੇ। ਬਾਕੀ ਐਮ ਆਰਟਿਸਟ, ਮੈਂ ਆਰਟਿਸਟ ਹਾਂ ਔਰ ਮੈਨੂੰ ਹਰੇਕ ਇੱਕ ਵਰਗ ਦੇ ਬਾਰੇ ਲਿਖਣਾ ਮੇਰਾ ਜ਼ਾਤੀ ਫਰਜ਼ ਵੀ ਬਣਦਾ ਹੈ। ਔਰ ਇਹਦੇ ਬਾਰੇ ਲਿਖਿਆ ਐਲਬਮ ਬਾਰੇ ਅਗਰ ਮੈਨੂੰ ਮਹਿਸੂਸ ਹੋਊਗਾ ਤਾਂ ਸ਼ਾਇਦ ਮੈਂ ਇੱਕ ਐਲਬਮ ਹੋਰ ਰਿਸ਼ਤੇ ਕਰੂੰਗਾ।
ਜਾਣੀ ਕਿ ਕਿਸਾਨੀ ਦੀ ਵੀ ਗੱਲ ਕਰੋਗੇ, ਬੇਰੁਜ਼ਗਾਰੀ ਦੀ ਗੱਲ, ਜਾਣੀ ਕਿ ਜਿਹੜੇ ਲੋਕਾਂ ਨਾਲ ਜੁੜੇ ਮੁੱਦੇ ਹੈ। ਬਿਲਕੁਲ ਮੇਰੇ ਆਉਣ ਵਾਲੇ ਬਿਲਕੁਲ ਗਾਣੇ ਇਸੇ ਤਰ੍ਹਾਂ ਹੋਣਗੇ ਜੋ ਸਮਾਜਿਕ ਮੁੱਦੇ ਨੇ, ਹਨਾ, ਚਾਹੇ ਉਹ ਨਸ਼ਿਆਂ ਨੂੰ ਲੈ ਕੇ ਆ, ਬੇਰੁਜ਼ਗਾਰੀ ਨੂੰ ਲੈ ਕੇ ਆ, ਜਾਂ ਅਲੱਗ-ਅਲੱਗ ਯੂਥ ਨੂੰ ਕਿਸ ਹਿਸਾਬ ਨਾਲ ਇਨਸਪਾਇਰ ਕਰ ਸਕਦਾ, ਮੇਰੀ ਇੰਨੀ ਕੁ ਕੋਸ਼ਿਸ਼ ਰਹੂਗੀ ਉਹਦੇ 'ਚ। ਬਹੁਤ ਸ਼ੁਕਰੀਆ। ਧੰਨਵਾਦ ਸਰ। ਸੋ ਇਹ ਸਨ ਰਾਜਾ ਜੀ, ਸਾਫ਼ ਤੌਰ ਤੇ ਕੋਸ਼ਿਸ਼ ਕਰ ਰਹੇ ਨੇ ਆਪਣੇ ਵੱਲੋਂ। ਮੈਨੂੰ ਲੱਗਦਾ ਕਿ ਸਾਡਾ ਵੀ ਫਰਜ਼ ਬਣਦਾ ਇਦਾਂ ਦੇ ਗੀਤਾਂ ਦੀ ਗੱਲ ਕਰਨ ਦਾ, ਕਿਉਂਕਿ ਇਸ ਵਕਤ ਜਿਹੜੇ ਹਾਲਾਤ ਨੇ, ਅਕਸਰ ਅਸੀਂ ਦੇਖਦੇ ਹਾਂ ਕਿ ਸੱਚ ਦੀ ਆਵਾਜ਼ ਦੱਬੀ ਜਾਂਦੀ ਹੈ। ਹਾਲ ਦੀ ਘਟਨਾ ਅਸੀਂ ਗੱਲ ਕਰੀਏ ਤਾਂ ਜੈਨੀ ਜੌਲ ਦਾ ਇੱਕ ਗੀਤ ਆਇਆ ਸੀਗਾ, ਜਿਹਦੇ ਵਿੱਚ ਸਿੱਧੇ ਤੌਰ ਤੇ ਸੀਐਮ ਸਾਹਿਬ ਨੂੰ ਚਿੱਠੀ ਦੇ ਰੂਪ ਦੇ ਵਿੱਚ ਇੱਕ ਗੀਤ ਪੇਸ਼ ਕੀਤਾ ਗਿਆ ਤਾਂ ਉਹਨੂੰ ਬੈਨ ਕਰ ਦਿੱਤਾ ਗਿਆ। ਮੈਨੂੰ ਲੱਗਦਾ ਕਿ ਕਲਮਾਂ ਦੀ ਇੱਥੇ ਸਭ ਤੋਂ ਵੱਡੀ ਜ਼ਿੰਮੇਵਾਰੀ ਬਣਦੀ ਹੈ ਕਿ ਕਲਮ ਦੇ ਜ਼ਰੀਏ ਆਪਣੀ ਆਵਾਜ਼ ਬੁਲੰਦ ਕੀਤੀ ਜਾਵੇ, ਲੋਕਾਂ ਨੂੰ ਦੱਸਿਆ ਜਾਵੇ ਕਿ ਇਸ ਵਕਤ ਜਿਹੋ ਜਿਹੇ ਹਾਲਾਤ ਨੇ, ਸਾਨੂੰ ਸਮਾਜ ਨੂੰ ਕੀ ਸੋਚਣਾ ਚਾਹੀਦਾ, ਨੌਜਵਾਨਾਂ ਨੂੰ ਕਿਹੜੇ ਪਾਸੇ ਜਾਣਾ ਚਾਹੀਦਾ, ਸਾਡਾ ਪਿਛੋਕੜ ਕੀ ਹੈਗਾ, ਸਾਡਾ ਇਤਿਹਾਸ ਕੀ ਹੈਗਾ। ਤਾਂ ਬਹੁਤ ਸਾਰੀਆਂ ਚੀਜ਼ਾਂ ਨੇ, ਮੈਨੂੰ ਲੱਗਦਾ ਕਿ ਆਪਣੇ ਵੱਲੋਂ ਵੱਡੀ ਕੋਸ਼ਿਸ਼ ਕਰ ਰਹੇ ਨੇ, ਸੱਚ ਬੋਲਣ ਦੀ ਕੋਸ਼ਿਸ਼ ਕਰ ਰਹੇ ਨੇ, ਤੇ ਇਸ ਸੱਚ ਨੂੰ ਲੋਕ ਕਿੰਨਾ ਕੁ ਪ੍ਰਵਾਨ ਕਰਦੇ ਨੇ ਸਮਾਂ ਦੱਸੇਗਾ। ਤੁਸੀਂ ਇਸ ਬਾਰੇ ਕੀ ਸੋਚਦੇ ਹੋ, ਆਪਣੇ ਕੀਮਤੀ ਸੁਝਾਅ ਜ਼ਰੂਰ ਸਾਂਝੇ ਕਰਿਓ। ਸਹਿਯੋਗੀ ਸੁਨੀਲ ਦੇ ਨਾਲ ਹਰਦੀਪ ਸਿੰਘ ਭੋਗਲ, ਟੀਵੀ ਪੰਜਾਬ, ਚੰਡੀਗੜ੍ਹ।